ਇੱਥੇ ਬਾਦਲ ਸਾਹਿਬ ਕੈਪਟਨ ਸਾਹਿਬ ਕਦੋਂ ਦੇ ਲੱਗੇ ਨੇ, ਇੱਕ ਮੌਕਾ ਹੋਰ ਦਿਓ ਜੀ, ਇੱਕ ਮੌਕਾ ਹੋਰ ਦਿਓ ਜੀ। ਸਾਡੇ ਤਾਂ ਮੌਕੇ ਹੀ ਮੁੱਕ ਗਏ ਇਹਨਾਂ ਨੂੰ ਮੌਕੇ ਦਿੰਦਿਆਂ ਨੂੰ। ਅਮਿਤ ਸ਼ਾਹ ਵਰਗੇ ਪਰਚੇ ਵੰਡਦੇ ਫਿਰਦੇ ਸੀ ਦਿੱਲੀ ਵਾਲੀਆਂ ਇਲੈਕਸ਼ਨਾਂ 'ਚ, ਲਾ ਲੈਣਾ ਹੈਲੀਕਾਪਟਰਾਂ ਵਾਲੇ ਥੱਲੇ, ਕੀ ਕਹਿ ਕੇ, ਇਹ ਕਹਿ ਕੇ ਕਿ ਮੁਹੱਲਾ ਕਲੀਨਿਕ ਬਣਾਵਾਂਗੇ, ਸਕੂਲ ਬਣਾਵਾਂਗੇ, CCTV ਕੈਮਰੇ ਲੱਗਣਗੇ, ਹੋਰ ਜ਼ਿਆਦਾ ਤਰੱਕੀ ਕਰਾਂਗੇ, ਜੇ ਚੰਗੇ ਲੱਗੇ 5 ਸਾਲ ਦੇ ਕੰਮ ਵੋਟ ਪਾ ਦਿਓ, ਨਹੀਂ ਨਾ ਪਾਇਓ। ਇਹ ਕੋਈ ਕਹਿ ਸਕਦਾ? ਸੋ ਇਸ ਕਰਕੇ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਨੀਅਤ ਸਾਫ਼ ਦੀ ਗੱਲ ਹੈ। CM ਸਾਹਿਬ ਇੰਡਸਟਰੀ ਵਾਲੇ ਬੈਠੇ ਨੇ, ਬਿਜਲੀ ਦੀ ਕਮੀ, ਹਾਲਾਂਕਿ ਬਿਜਲੀ ਪੈਦਾ ਕਰਦਾ ਸਾਡਾ ਪੰਜਾਬ, ਤੁਸੀਂ ਬਿਜਲੀ ਖਰੀਦਦੇ ਹੋ, ਤੁਸੀਂ 24 ਘੰਟੇ ਦੇਈ ਜਾਂਦੇ ਹੋ ਬਿਜਲੀ। ਸਾਡੇ ਇੱਥੇ ਬਿਜਲੀ ਦੀ ਕਮੀ, ਸਭ ਤੋਂ ਪਹਿਲੀ ਮਾਰ ਇੰਡਸਟਰੀ ਨੂੰ। ਹਫ਼ਤੇ 'ਚੋਂ 3 ਦਿਨ ਫੈਕਟਰੀਆਂ ਚੱਲਣਗੀਆਂ ਬਸ, ਪਾਬੰਦੀ। ਚਲੋ ਜੀ ਹਜੇ ਵੀ ਘੱਟ ਹੈ, ਹਫ਼ਤੇ 'ਚੋਂ ਸਿਰਫ 2 ਦਿਨ ਫੈਕਟਰੀਆਂ ਚੱਲਣਗੀਆਂ। ਤੇ ਇੱਥੇ ਖਬਰਾਂ ਜਿਹੜੀਆਂ ਆਉਂਦੀਆਂ ਨੇ ਇਸ ਗੱਲ ਦੀਆਂ ਨਹੀਂ ਕਿ ਫੈਕਟਰੀਆਂ ਚੱਲ ਰਹੀਆਂ ਨੇ, ਇੱਥੇ ਖਬਰਾਂ ਆਉਂਦੀਆਂ ਨੇ, ਛਾਪੇ ਪੈਂਦੇ ਨੇ ਜਦੋਂ, ਕਿ ਬਠਿੰਡੇ ਦੇ ਵਿੱਚ 7 ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ। ਜਿਵੇਂ ਕੋਈ ਸ਼ਰਾਬ ਦੀ ਭੱਠੀ ਨਹੀਂ ਚੱਲਦੀ ਫੜੀ ਜਾਂਦੀ, ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ। ਮਤਲਬ ਕਾਰੋਬਾਰੀ ਕੰਮ ਕਰਦਾ ਫੜਿਆ ਗਿਆ। ਫਿਰ ਕਿਹੜੇ ਮਾਹੌਲ 'ਚ ਕੰਮ ਕਰ ਲਓਗੇ ਜੀ ਤੁਸੀਂ? ਤੇ ਮੈਂ ਘੜੀ ਬੰਦ ਹੀ ਨਹੀਂ, ਬੱਲੇ ਬੱਲੇ ਹੋਈ ਪਈ ਹੈ। ਇਹ ਘੜੀਆਂ ਨਾਲ ਵਕਤ ਨਹੀਂ ਬਦਲਦਾ, ਇਹ ਵਕਤ ਜਿਹੜਾ ਹੈ ਉਹਨੂੰ ਬਦਲਣ ਵਾਸਤੇ ਹਿੰਮਤ ਚਾਹੀਦੀ ਹੈ। ਟਾਈਮ ਨੂੰ ਬਦਲਣ ਵਾਸਤੇ, ਜ਼ਮਾਨੇ ਨੂੰ ਬਦਲਣ ਵਾਸਤੇ, ਸਿਸਟਮ ਨੂੰ ਬਦਲਣ ਵਾਸਤੇ ਹਿੰਮਤ ਚਾਹੀਦੀ ਹੈ। ਤੁਹਾਡੇ ਸਾਹਮਣੇ ਬੈਠਾ ਅਰਵਿੰਦ ਕੇਜਰੀਵਾਲ ਅਮਿਤ ਸ਼ਾਹ ਵਰਗੇ ਪਰਚੇ ਵੰਡਣ ਲਾਤੇ। ਬਠਿੰਡਾ ਸ਼ਹਿਰ ਦੇ ਆਲੇ ਦੁਆਲੇ ਦੇ ਕਸਬਿਆਂ ਤੋਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋਏ ਕਾਰੋਬਾਰੀ ਸੱਜਣ, ਵਪਾਰੀ ਭਰਾ, ਵੱਖ-ਵੱਖ ਹੋਰ ਧੰਦਿਆਂ ਨਾਲ ਸੰਬੰਧਿਤ ਜਿੰਨੇ ਵੀ ਕਦਮ ਤੁਸੀਂ ਅੱਜ ਚੱਲ ਕੇ ਇੱਥੇ ਆਏ ਹੋ, ਸਾਡੇ ਸਿਰ ਮੱਥੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਵੀ ਆਏ ਹੋਏ ਨੇ, ਵਲੰਟੀਅਰ, ਅਹੁਦੇਦਾਰ ਸਾਹਿਬਾਨ ਬਠਿੰਡਾ ਜ਼ਿਲ੍ਹੇ ਦੇ, ਸਾਡੇ MLA ਸਾਹਿਬਾਨ ਸਾਰੇ ਬੈਠੇ ਨੇ, ਜਿਨ੍ਹਾਂ ਨੂੰ ਤੁਸੀਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ। ਔਰ ਸਟੇਜ ਤੇ ਬਿਰਾਜਮਾਨ ਦੇਸ਼ ਦੇ ਸਭ ਤੋਂ ਵੱਧ ਮਸ਼ਹੂਰ ਤੇ ਸਭ ਤੋਂ ਵੱਧ ਹਰਮਨ ਪਿਆਰੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਜੀ, ਔਰ ਬਹੁਤ ਛੋਟੀ ਉਮਰ ਦੇ ਵਿੱਚ 3 ਵਾਰ ਤਿਲਕ ਨਗਰ ਤੋਂ ਲਗਾਤਾਰ MLA ਬਣਦੇ ਆ ਰਹੇ ਮੇਰੇ ਭਰਾ ਜਰਨੈਲ ਸਿੰਘ ਜੀ, ਔਰ ਉਹਨਾਂ ਤੋਂ ਵੀ ਛੋਟੀ ਉਮਰ ਦੇ ਰਜਿੰਦਰ ਨਗਰ ਤੋਂ MLA ਤੇ ਜਲ ਬੋਰਡ ਦੇ ਚੇਅਰਮੈਨ, ਦਿੱਲੀ ਦੇ ਜਲ ਬੋਰਡ ਦੇ, ਕਿਉਂਕਿ ਦਿੱਲੀ ਦਾ ਜਲ ਬੋਰਡ ਜਿਹੜਾ ਹੈ ਉਹਦਾ ਚੇਅਰਮੈਨ ਸਮਝ ਲਓ ਪੰਜਾਬ 'ਚ ਬਿਜਲੀ ਬੋਰਡ ਦਾ ਚੇਅਰਮੈਨ, ਕਿਉਂਕਿ ਜਿੰਨੀ ਆਪਾਂ ਨੂੰ ਬਿਜਲੀ ਦੀ ਇੱਥੇ ਜ਼ਿਆਦਾ ਜ਼ਰੂਰਤ ਰਹਿੰਦੀ ਹੈ, ਦਿੱਲੀ ਦੇ ਵਿੱਚ ਪਾਣੀ ਦੀ ਜ਼ਰੂਰਤ ਨਹੀਂ ਰਹਿੰਦੀ ਹੈ। ਸੋ ਬਹੁਤ ਔਖਾ ਮਹਿਕਮਾ, ਬਹੁਤ ਗਾਲਾਂ ਖਾਣ ਵਾਲਾ ਮਹਿਕਮਾ ਹੈ ਕਿ ਸਾਡੇ ਇੱਥੇ ਪਾਣੀ ਦਾ ਟੈਂਕਰ ਨਹੀਂ ਪਹੁੰਚਿਆ, ਸਾਡੇ ਪਾਈਪਾਂ ਨਹੀਂ ਪਈਆਂ, ਸਾਡੀ ਟੂਟੀ ਲੀਕ ਹੋ ਗਈ ਸਾਡਾ, ਪਰ ਫਿਰ ਵੀ ਬਹੁਤ ਵਧੀਆ ਤਰੀਕੇ ਨਾਲ ਜਲ ਬੋਰਡ ਨੂੰ ਚਲਾ ਰਹੇ ਨੇ ਮੇਰਾ ਵੀਰ ਰਾਘਵ ਚੱਡਾ। ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਠਿੰਡੇ ਦੇ ਵਿੱਚ ਅੱਜ ਆਏ ਆ, ਕੱਲ ਮਾਨਸਾ ਸੀਗੇ। ਅਸੀਂ ਕੋਈ ਚੁਣਾਵੀ ਦੌਰਾ ਨਹੀਂ ਕਰ ਰਹੇ, ਅਸੀਂ ਸੁਖਬੀਰ ਬਾਦਲ ਵਾਂਗੂ 100 ਰੈਲੀਆਂ ਕਰਾਂਗੇ, ਉਹ ਨਹੀਂ ਕਰ ਰਹੇ। ਅਸੀਂ ਤਾਂ ਲਗਭਗ ਇੱਥੇ 70% ਬੰਦੇ ਉਹ ਨੇ ਜਿਹੜੇ ਕਦੇ ਵੀ ਕਿਸੇ ਪੋਲੀਟੀਕਲ ਰੈਲੀ 'ਚ ਨਹੀਂ ਜਾਂਦੇ, ਕਿਉਂਕਿ ਆਪਦਾ ਕੰਮ ਕਾਰ ਕਰਦੇ ਨੇ। ਹਾਂ, ਜੇ ਉਹਨਾਂ ਨੂੰ ਬੁਲਾ ਲਿਆ ਜਾਵੇ, ਉਹਨਾਂ ਨਾਲ ਗੱਲ ਕਰ ਲਈ ਜਾਵੇ ਕਿ ਤੁਹਾਡੇ ਮਸਲੇ ਕੀ ਨੇ, ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਤੁਹਾਡੇ ਲਈ ਕੀ ਕਰੇ, ਤਾਂ ਉਹ ਜਿਵੇਂ ਅੱਜ ਆਏ ਨੇ ਬੜੇ ਚਾਅ ਨਾਲ ਆਉਂਦੇ ਨੇ ਕਿ ਸਾਨੂੰ ਕਿਸੇ ਨੇ ਪੁੱਛਿਆ ਤਾਂ ਹੈ, ਨਹੀਂ ਤਾਂ ਕੋਈ ਪੁੱਛਦਾ ਹੀ ਨਹੀਂ, ਆਪ ਬੋਲ ਕੇ ਚਲੇ ਜਾਂਦੇ ਨੇ, ਸੁਣਦੇ ਨਹੀਂ ਹੈਗੇ, ਸੁਣਾਉਂਦੇ ਨੇ ਨਰਿੰਦਰ ਮੋਦੀ ਵਾਂਗੂ। ਤੁਹਾਡੇ ਮਨ ਕੀ ਬਾਤ ਥੋੜੀ ਸੁਣਦਾ ਹੈ, ਮਹੀਨੇ ਦੇ ਆਖਰੀ ਐਤਵਾਰ ਨੂੰ ਆਪਦੇ ਮਨ ਕੀ ਬਾਤ ਕਰਦਾ ਹੈ। ਰੇਡੀਓ ਤੇ ਕਿਹੜਾ ਉਹਦੇ ਨਾਲ ਗੱਲਬਾਤ ਕਰ ਸਕਦੇ ਆ, ਰੇਡੀਓ ਤਾਂ ਚੱਲੀ ਜਾਊਗਾ, ਨਾ ਬੋਲ ਸਕਦੇ ਆ ਉਹਦੇ ਨਾਲ ਵੀ, ਆਹ ਗੱਲ ਨਹੀਂ ਹੈਗੀ ਨਾ, ਜੋ ਕਹਿਤਾ ਬਈ। ਵਪਾਰੀ ਜਿਹੜਾ ਹੈ, ਮੈਂ ਵਪਾਰ ਨਾਲ ਸੰਬੰਧਿਤ ਗੱਲਾਂ ਕਰੂੰਗਾ ਕੁਝ। ਮੇਰਾ ਹਲਕਾ ਹੈ ਇਹ, ਮੇਰਾ ਇਲਾਕਾ ਹੈ, ਮੇਰੀ ਬੋਲੀ ਸਾਂਝੀ ਹੈ, ਮੇਰਾ ਪਾਣੀ ਪੱਤਣਾ ਦਾ ਸਾਂਝਾ ਹੈ ਆਪਣਾ। ਮਾਨਸਾ, ਭੀਖੀ, ਬੁਢਲਾਡਾ, ਝਨੀਰ, ਬੋਹਾ, ਬਰੇਟਾ, ਬਠਿੰਡਾ, ਗੋਨਿਆਣਾ, ਗਿੱਦੜਬਾਹਾ, ਆਪਣੀ ਹਲਕੇ ਨੇ, ਰਿਸ਼ਤੇਦਾਰੀਆਂ ਨੇ, ਇੱਕ ਦੂਜੇ ਨਾਲ ਦਾਤੀਆਂ ਕਈਆਂ ਦੀ ਵੀ ਸਾਂਝ ਹੈ। ਜਾਣਦੇ ਹਾਂ, ਵਪਾਰੀਆਂ ਨੂੰ ਜਾਣਦੇ ਹਾਂ ਕਿ ਉਹਨਾਂ ਦਾ ਕੰਮਕਾਰ ਕੀ ਹੈ, ਇੱਕ ਦੂਜੇ ਨਾਲ ਧਾਰੀ ਫੜਨ ਵਾਲਾ ਵੀ ਕੰਮ ਚੱਲਦਾ ਹੈ। ਆੜਤੀਆਂ ਨਾਲ 9 ਮਾਸ ਦਾ ਰਿਸ਼ਤਾ ਜਿਹਨੂੰ ਇਹ ਤੋੜਨ ਲੱਗੇ ਹੋਏ ਨੇ। ਸੋ ਵਪਾਰੀ ਜਿਹੜਾ ਹੈ ਉਹ ਲੀਡਰਾਂ ਕੋਲੇ ਕਦੋਂ ਜਾਂਦਾ ਹੈ? ਵਪਾਰੀ ਲੀਡਰਾਂ ਕੋਲੇ, ਪੋਲੀਟੀਕਲ ਲੋਕਾਂ ਕੋਲੇ ਉਦੋਂ ਜਾਂਦਾ ਹੈ ਜਦੋਂ ਵੋਟਾਂ 'ਚ ਮਹੀਨਾ ਕੁ ਰਹਿ ਜਾਂਦਾ ਹੈ। ਉਦੋਂ ਥੋੜਾ ਥੋੜਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਆਉਣਗੇ, ਪਰ ਉਹਨੂੰ ਨਾਲ ਸ਼ੱਕ ਵੀ ਹੁੰਦਾ ਹੈ, ਕੀ ਪਤਾ ਅੱਜ ਕੱਲ੍ਹ ਮਸ਼ੀਨਾਂ 'ਚ ਕੀ ਹੁੰਦਾ ਹੈ, ਇਹ ਵੀ ਆ ਸਕਦੇ ਨੇ। ਉਹ ਫਿਰ 2 ਲਾਲ ਰੰਗ ਦੀਆਂ ਥੈਲੀਆਂ, ਲਾਲ ਰੰਗ ਦੀਆਂ ਥੈਲੀਆਂ ਉਹ ਦੋਨਾਂ ਕੋਲ ਹੀ ਲੈ ਜਾਂਦਾ ਹੈ। ਉਹ 'ਚ ਪੈਸੇ ਹੁੰਦੇ ਨੇ, ਲੱਖਾਂ ਰੁਪਏ ਹੁੰਦੇ ਨੇ ਉਹਦੀ ਆਪਦੀ ਮਿਹਨਤ ਦੀ ਕਮਾਈ ਦੇ। ਉਹ ਇਸ ਕਰਕੇ ਨਹੀਂ ਉਹਨਾਂ ਨੂੰ ਫੰਡ ਦਿੰਦਾ ਕਿ ਤੁਸੀਂ ਆਓ ਤੇ ਤੁਹਾਡੇ ਆਉਣ ਨਾਲ ਸਾਨੂੰ ਬਹੁਤ ਖੁਸ਼ੀ ਹੋਊਗੀ। ਉਹ ਦਿਲੋਂ ਦੁਖੀ ਹੁੰਦਾ ਹੈ। ਬਾਹਰੋਂ ਤਾਂ ਕਹਿੰਦਾ ਵੀ ਆਹ ਲਓ ਜੀ ਇੱਕ ਭੇਟਾ ਥੋੜੀ ਜੀ, ਅੰਦਰੋਂ ਇਹ ਕਹਿੰਦਾ ਹੁੰਦਾ ਹੈ ਆਹ ਲਓ ਜੀ, ਜੇ ਤੁਸੀਂ ਸਰਕਾਰ 'ਚ ਆ ਗਏ ਸਾਨੂੰ ਤੰਗ ਨਾ ਕਰਿਓ, ਆਹ ਲਓ ਜੀ ਤੁਸੀਂ ਵੀ, ਜੇ ਤੁਸੀਂ ਆ ਗਏ ਸਾਨੂੰ ਤੰਗ ਨਾ ਕਰਿਓ, ਸਾਨੂੰ ਕੰਮ ਕਰ ਲੈਣ ਦਿਓ। ਪੈਸੇ ਇਸ ਗੱਲ ਦੇ ਦਿੱਤੇ ਜਾ ਰਹੇ ਨੇ ਕਿ ਸਾਨੂੰ ਆਪਦਾ ਕੰਮ ਕਰ ਲੈਣ ਦਿਓ, ਜਦ ਕਿ ਸਰਕਾਰਾਂ ਦਾ ਕੰਮ ਹੁੰਦਾ ਉਹਨਾਂ ਦੇ ਕੰਮਾਂ ਨੂੰ ਐਪਰੀਸ਼ੀਏਟ ਕਰਨਾ, ਉਹਨਾਂ ਦੇ ਕੰਮਾਂ ਨੂੰ ਹੋਰ ਵਧਾਉਣਾ, ਉਹਨਾਂ ਦੇ ਕੰਮਾਂ ਵਾਸਤੇ ਕਰਜ਼ੇ, ਲੋਨ, ਇਹੋ ਜਿਹੀਆਂ ਸਕੀਮਾਂ ਲੈ ਕੇ ਆਉਣੀਆਂ ਕਿ ਉਹਨਾਂ ਦਾ ਕੰਮ ਵਧੇ। ਸਾਡੇ ਇੱਥੇ ਉਲਟਾ ਹੈ। ਸਹੀ ਹੈ ਨਾ? ਸਹੀ ਬੋਲ ਰਿਹਾ ਨਾ? ਹਾਂ। ਸੋ ਫਿਰ ਜਦੋਂ ਉਹ ਆ ਜਾਂਦੇ ਨੇ, ਕੋਈ ਵੀ ਆ ਗਿਆ, ਇੱਧਰਲੇ ਆ ਗਏ ਚਾਹੇ ਇੱਧਰਲੇ ਆ ਗਏ, ਫਿਰ ਡਰ ਵੀ ਕਿਤੇ ਸਾਡੀ ਫੈਕਟਰੀ ਮੂਹਰ ਦੀ ਨਾ ਲੰਘ ਜੇ ਇਹ, ਤੇ ਫੈਕਟਰੀ ਮੂਹਰ ਦੀ ਲੰਘ ਕੇ ਜੇ ਪਾਣੀ ਵੀ ਪੀ ਗਿਆ ਨਾ ਅੰਦਰ, ਇਹਨੂੰ ਸਾਰਾ ਪਤਾ ਲੱਗ ਜਾਣਾ ਪ੍ਰੋਡਕਸ਼ਨ ਕਿੰਨੀ ਹੈ, ਇਹਨੇ ਹਿੱਸਾ ਪਾ ਲੈਣਾ, ਫੇਰ ਪੰਗਾ। ਡਰਨ ਲਾਤੇ, ਡਰਨ ਆਪਦੀ ਸਕਸੈਸ ਤੋਂ, ਸਫਲਤਾ ਤੋਂ ਡਰਦੇ ਆ ਕਿ ਯਾਰ ਜ਼ਿਆਦਾ ਕਾਮਯਾਬ ਨਾ ਹੋ ਜਾਈਏ, ਨਹੀਂ ਤਾਂ ਹਿੱਸਾ ਪਾ ਲੈਣਗੇ। ਸੋ ਇਹ ਕੰਮ ਸਰਕਾਰਾਂ ਦਾ ਨਹੀਂ ਹੁੰਦਾ। ਲੋਕਾਂ ਨੂੰ ਡਰਾਉਣ ਵਾਸਤੇ ਥੋੜੀ ਸਰਕਾਰਾਂ ਬਣਦੀਆਂ ਨੇ, ਲੋਕਾਂ ਨੂੰ ਤਰੱਕੀ ਕਰਾਉਣ ਵਾਸਤੇ, ਲੋਕਾਂ ਦੇ ਕਾਰੋਬਾਰ ਵਧਾਉਣ ਵਾਸਤੇ ਸਰਕਾਰਾਂ ਬਣਦੀਆਂ ਨੇ। ਨਹੀਂ ਹੁੰਦਾ ਏਦਾਂ ਦਾ।
ਅੱਜ ਅਸੀਂ ਤੁਹਾਡੇ ਨਾਲ ਇਹ ਗੱਲ ਕਰਨ आए हाँ, ਤੁਹਾਡੇ ਕੋਲੋਂ ਅਸੀਂ कोई लाल पीले रंग की थैली लैन नहीं आए। ਅਸੀਂ ਤੁਹਾਡੇ ਨਾਲ ਉਹਨਾਂ ਥੈਲੀਆਂ ਦੇ ਵਿੱਚ ਜੋ ਤੁਸੀਂ ਪਾ ਕੇ ਦਿੰਦੇ ਹੋ ਉਹ ਤੋਂ ਵੀ ਵੱਧ ਕੀਮਤੀ ਤੁਹਾਡੇ ਵਿਚਾਰ, ਤੁਹਾਡੇ ਦੁੱਖ ਤੇ ਤੁਹਾਡੇ ਦਰਦ ਸੁਣਨ ਵਾਸਤੇ ਆਏ ਹਾਂ, ਹੋਰ ਕੋਈ ਕੰਮ ਨਹੀਂ ਆਏ। ਇਹ ਗਲਤਫਹਿਮੀ ਹੈ ਕਿ ਪੈਸੇ ਨਾਲ ਇਲੈਕਸ਼ਨ ਜਿੱਤੀ ਜਾਂਦੀ ਹੈ। ਮੈਂ ਤੁਹਾਡੇ ਸਾਹਮਣੇ ਸਬੂਤ ਖੜਾ, ਕਿਤੇ ਨੇੜੇ ਤੇੜੇ ਖੜਦੇ ਆ ਜੀ ਕੇਵਲ ਢਿੱਲੋਂ ਹੋਰਾਂ ਦੇ, ਉਹ ਵੱਡੇ ਵੱਡੇ ਵਪਾਰੀ ਜਿਹੜੇ 500 600 ਮਿਲੀਅਨ ਰੁਪੀਸ ਤਾਂ ਡਿਕਲੇਅਰ ਕਰਦੇ ਨੇ, ਇੰਨੇ ਪੈਸੇ ਉਹਨਾਂ ਕੋਲੇ ਨੇ। ਸਾਡਾ ਤਾਂ ਜੇ ਉਹ ਜੋ 10ਵਾਂ ਹਿੱਸਾ ਵੀ ਸਾਨੂੰ ਦੇ ਦੇਣ, ਸਾਡਾ ਤਾਂ ਸਾਰੇ ਟੱਬਰ ਦਾ ਥੁੱਕ ਮੁੱਕ ਜੇ ਉਹਨਾਂ ਨੂੰ ਗਿਣਦਿਆਂ ਦਾ, ਇੰਨੇ ਨੇ ਉਹਨਾਂ ਕੋਲੇ। ਪਰ ਇਧਰੋਂ ਆਮ ਆਦਮੀ ਪਾਰਟੀ, ਝਾੜੂ, ਮੂਹਰੇ ਮੋਟਰਸਾਈਕਲ ਵਾਲੇ ਭਮੱਕੜ ਲੱਖਾਂ ਤੇ ਹਾਰਦੇ ਨੇ ਜੀ। ਦੇਖ ਲਓ, ਪੈਸਾ ਨਹੀਂ ਖਰਚਦੇ ਅਸੀਂ, ਪਿਆਰ ਹੈ ਸਾਡੇ ਕੋਲੇ, ਬਸ ਆਹ ਫਰਕ ਹੈ। ਬਸ ਸੀਐਮ ਸਾਹਿਬ ਕੇਵਲ ਢਿੱਲੋਂ ਨੇ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਜਦੋਂ ਭਰੇ ਕਾਗਜ਼, ਉਹਦੇ ਵਿੱਚ ਇਹ ਡਿਕਲੇਅਰ ਕੀਤਾ, ਕਿਉਂਕਿ ਸਾਰਾ ਕੁਝ ਡਿਕਲੇਅਰ ਕਰਨਾ ਪੈਂਦਾ, ਕਿ ਮੇਰੇ ਕੋਲੇ 4 ਵਿਦੇਸ਼ੀ ਘੜੀਆਂ ਨੇ ਜਿਨ੍ਹਾਂ ਦੀ ਕੀਮਤ 16 ਲੱਖ ਹੈ, 4 ਲੱਖ ਦੀ ਇੱਕ ਘੜੀ। ਤਾਂ ਮੈਂ ਲੋਕਾਂ ਨੂੰ ਕਿਹਾ ਵੀ ਦੇਖ ਲਓ, ਕੁਦਰਤ ਹੈ, 16 ਲੱਖ ਦੀਆਂ ਘੜੀਆਂ ਲਈ ਫਿਰਦਾ, ਵਕਤ ਫੇਰ ਵੀ ਮਾੜਾ ਚੱਲ ਰਿਹਾ ਹੈ, ਤੇ ਮੈਂ ਘੜੀ ਬੰਦ ਹੀ ਨਹੀਂ, ਬੱਲੇ ਬੱਲੇ ਹੋਈ ਪਈ ਹੈ। ਇਹ ਘੜੀਆਂ ਨਾਲ ਵਕਤ ਨਹੀਂ ਬਦਲਦਾ, ਇਹ ਵਕਤ ਜਿਹੜਾ ਹੈ ਉਹਨੂੰ ਬਦਲਣ ਵਾਸਤੇ ਹਿੰਮਤ ਚਾਹੀਦੀ ਹੈ। ਟਾਈਮ ਨੂੰ ਬਦਲਣ ਵਾਸਤੇ, ਜ਼ਮਾਨੇ ਨੂੰ ਬਦਲਣ ਵਾਸਤੇ, ਸਿਸਟਮ ਨੂੰ ਬਦਲਣ ਵਾਸਤੇ ਹਿੰਮਤ ਚਾਹੀਦੀ ਹੈ। ਤੁਹਾਡੇ ਸਾਹਮਣੇ ਬੈਠਾ ਅਰਵਿੰਦ ਕੇਜਰੀਵਾਲ ਅਮਿਤ ਸ਼ਾਹ ਵਰਗੇ ਪਰਚੇ ਵੰਡਣ ਲਾਤੇ। ਅਮਿਤ ਸ਼ਾਹ ਵਰਗੇ ਪਰਚੇ ਵੰਡਦੇ ਫਿਰਦੇ ਸੀ ਦਿੱਲੀ ਵਾਲੀਆਂ ਇਲੈਕਸ਼ਨਾਂ 'ਚ, ਲਾ ਲੈਣਾ ਹੈਲੀਕਾਪਟਰਾਂ ਵਾਲੇ ਥੱਲੇ। ਕੀ ਕਹਿ ਕੇ? ਇਹ ਕਹਿ ਕੇ ਕਿ ਮੁਹੱਲਾ ਕਲੀਨਿਕ ਬਣਾਵਾਂਗੇ, ਸਕੂਲ ਬਣਾਵਾਂਗੇ, CCTV ਕੈਮਰੇ ਲੱਗਣਗੇ, ਹੋਰ ਜ਼ਿਆਦਾ ਤਰੱਕੀ ਕਰਾਂਗੇ, ਜੇ ਚੰਗੇ ਲੱਗੇ 5 ਸਾਲ ਦੇ ਕੰਮ ਵੋਟ ਪਾ ਦਿਓ, ਨਹੀਂ ਨਾ ਪਾਇਓ। ਇਹ ਕੋਈ ਕਹਿ ਸਕਦਾ? ਇੱਥੇ ਬਾਦਲ ਸਾਹਿਬ, ਕੈਪਟਨ ਸਾਹਿਬ ਕਦੋਂ ਦੇ ਲੱਗੇ ਨੇ, ਇੱਕ ਮੌਕਾ ਹੋਰ ਦਿਓ ਜੀ, ਇੱਕ ਮੌਕਾ ਹੋਰ ਦਿਓ ਜੀ। ਸਾਡੇ ਤਾਂ ਮੌਕੇ ਹੀ ਮੁੱਕ ਗਏ ਇਹਨਾਂ ਨੂੰ ਮੌਕੇ ਦਿੰਦਿਆਂ ਨੂੰ। ਸੋ ਇਸ ਕਰਕੇ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਨੀਅਤ ਸਾਫ਼ ਦੀ ਗੱਲ ਹੈ। ਸੀਐਮ ਸਾਹਿਬ ਇੰਡਸਟਰੀ ਵਾਲੇ ਬੈਠੇ ਨੇ, ਬਿਜਲੀ ਦੀ ਕਮੀ, ਹਾਲਾਂਕਿ ਬਿਜਲੀ ਪੈਦਾ ਕਰਦਾ ਸਾਡਾ ਪੰਜਾਬ, ਤੁਸੀਂ ਬਿਜਲੀ ਖਰੀਦਦੇ ਹੋ, ਤੁਸੀਂ 24 ਘੰਟੇ ਦੇਈ ਜਾਂਦੇ ਹੋ ਬਿਜਲੀ। ਸਾਡੇ ਇੱਥੇ ਬਿਜਲੀ ਦੀ ਕਮੀ, ਸਭ ਤੋਂ ਪਹਿਲੀ ਮਾਰ ਇੰਡਸਟਰੀ ਨੂੰ। ਹਫ਼ਤੇ 'ਚੋਂ 3 ਦਿਨ ਫੈਕਟਰੀਆਂ ਚੱਲਣਗੀਆਂ, ਬਸ ਪਾਬੰਦੀ। ਚਲੋ ਜੀ ਹਜੇ ਵੀ ਘੱਟ ਹੈ, ਹਫ਼ਤੇ 'ਚੋਂ ਸਿਰਫ 2 ਦਿਨ ਫੈਕਟਰੀਆਂ ਚੱਲਣਗੀਆਂ। ਤੇ ਇੱਥੇ ਖਬਰਾਂ ਜਿਹੜੀਆਂ ਆਉਂਦੀਆਂ ਨੇ ਇਸ ਗੱਲ ਦੀਆਂ ਨਹੀਂ ਕਿ ਫੈਕਟਰੀਆਂ ਚੱਲ ਰਹੀਆਂ ਨੇ, ਇੱਥੇ ਖਬਰਾਂ ਆਉਂਦੀਆਂ ਨੇ, ਛਾਪੇ ਪੈਂਦੇ ਨੇ ਜਦੋਂ, ਕਿ ਬਠਿੰਡੇ ਦੇ ਵਿੱਚ 7 ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ। ਜਿਵੇਂ ਕੋਈ ਸ਼ਰਾਬ ਦੀ ਭੱਠੀ ਨਹੀਂ ਚੱਲਦੀ ਫੜੀ ਜਾਂਦੀ, ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ। ਮਤਲਬ ਕਾਰੋਬਾਰੀ ਕੰਮ ਕਰਦਾ ਫੜਿਆ ਗਿਆ। ਫਿਰ ਕਿਹੜੇ ਮਾਹੌਲ 'ਚ ਕੰਮ ਕਰ ਲਓਗੇ ਜੀ ਤੁਸੀਂ? ਸੋ ਅੱਜ ਤੁਸੀਂ ਕੁਝ ਦਸ਼ਾ ਤੇ ਦਿਸ਼ਾ ਇਹਨਾਂ ਨੂੰ ਦੱਸ ਕੇ ਜਾਓ, ਕਿਉਂਕਿ ਦਿੱਲੀ ਤੁਸੀਂ ਵਪਾਰੀਆਂ ਨਾਲ ਗੱਲ ਕਰਕੇ, ਦਿੱਲੀ ਦੇ ਵਪਾਰੀ ਜਿਹੜੇ ਨੇ ਉਹਨਾਂ ਦਾ ਕਾਇਆ ਪਲਟ ਕਰਕੇ ਰੱਖਤਾ। ਭਾਵੇਂ ਪਹਿਲਾਂ ਵੈਟ ਸੀ, ਵੈਟ ਵੇਲੇ ਤੁਸੀਂ 12%, 12.5% ਤੋਂ ਵੈਟ ਘਟਾ ਕੇ 5% ਕਰਤਾ। ਫਿਰ ਵੀ ਕਲੈਕਸ਼ਨ ਜਿਹੜੀ ਵੈਟ ਦੀ ਉਹ 3-4 ਹਜ਼ਾਰ ਕਰੋੜ ਵੱਧ ਗਈ, ਕਿਉਂਕਿ ਵਪਾਰੀ ਕਹਿੰਦਾ ਮੇਰੇ ਇੰਸਪੈਕਟਰ ਨਹੀਂ ਆਉਂਦਾ, ਹੁਣ ਵੈਟ ਮੈਨੂੰ ਘੱਟ ਹੈ, ਮੈਂ ਸਾਰਾ ਵੈਟ ਦੇਵਾਂਗਾ। ਲੋਕ ਟੈਕਸ ਦੇਣ ਨੂੰ ਤਿਆਰ ਨੇ, ਬਸ਼ਰਤੇ ਕਿ ਲੋਕਾਂ ਨੂੰ ਇਹ ਵਿਸ਼ਵਾਸ ਬਣੇ ਕਿ ਇਹ ਟੈਕਸ ਜਿਹੜਾ ਹੈ ਮੈਂ ਇਮਾਨਦਾਰ ਗੌਰਮੈਂਟ ਨੂੰ ਦੇ ਰਿਹਾ, ਇਹ ਟੈਕਸ ਕਿਸੇ ਨਾ ਕਿਸੇ ਰੂਪ 'ਚ ਮੇਰੇ ਕੋਲੇ ਵਾਪਸ ਆਊਗਾ। ਬਸ ਆ
ਸਕੂਲਾਂ ਰਾਹੀਂ ਵਾਪਸ ਆਊਗਾ, ਸੜਕਾਂ ਰਾਹੀਂ ਵਾਪਸ ਆਊਗਾ, ਕਿਸੇ ਨਾ ਕਿਸੇ ਇਨਫਰਾਸਟ੍ਰਕਚਰ ਰਾਹੀਂ ਵਾਪਸ ਆਊਗਾ, ਫੋਕਲ ਪੁਆਇੰਟ ਬਣਨਗੇ, SEZ ਬਣਨਗੇ, ਬਿਜਲੀ ਮੈਨੂੰ ਸਸਤੀ ਮਿਲੂਗੀ, ਕਿਸੇ ਨਾ ਕਿਸੇ ਰੂਪ 'ਚ ਮੇਰਾ ਟੈਕਸ ਮੈਨੂੰ ਵਾਪਸ ਆਊਗਾ। ਤਾਂ ਫਿਰ ਆਪਾਂ ਨੂੰ CA ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਯਾਰ ਹੋਰ ਘਟਾ ਲਾ, ਕੋਈ ਕਿਧਰੇ ਹੋਰ ਪਾ ਦੇ ਖਰਚੇ, ਯਾਰ ਇਹਨਾਂ ਨੇ ਤਾਂ ਖਾਣਾ ਹੀ ਹੈ। ਆ ਬਣ ਗਈ ਨਾ ਇਮੇਜ, ਪਰਸੈਪਸ਼ਨ ਬਣ ਗਈ ਲੀਡਰਾਂ ਦੀ ਕਿ ਜਿੰਨੇ ਦਿਨੇ ਇਹਨਾਂ ਦੇ ਢਿੱਡ 'ਚ ਹੀ ਜਾਣੇ ਆ। ਸੋ ਵੀਰੋ, ਇੱਕ ਨਵੀਂ ਦਿਸ਼ਾ ਤੇ ਦਸ਼ਾ ਬਦਲਣ ਲੱਗੀ ਹੈ। ਕੁਛ ਨਾ ਕੁਛ ਉਮੀਦ ਦਾ ਇੱਕ ਥੋੜਾ ਜਿਹਾ ਚਾਨਣ ਮੁਨਾਰਾ ਦੇਖਿਆ। 70 ਸਾਲਾ ਹਨੇਰੀ ਸੁਰੰਗ ਦੇ ਵਿੱਚ ਇੱਕ ਛੋਟੀ ਜੀ ਸੂਰਜ ਦੀ ਕਿਰਨ ਨਜ਼ਰ ਆਈ ਹੈ ਕੇਜਰੀਵਾਲ ਦੇ ਰੂਪ 'ਚ, ਆਮ ਆਦਮੀ ਪਾਰਟੀ ਦੇ ਰੂਪ 'ਚ, ਕਿ ਸ਼ਾਇਦ ਇਹਦੇ ਤੋਂ ਕੋਈ ਚਾਨਣ ਜਿਹਾ ਲੈ ਕੇ ਇਹ ਹਨੇਰੀ ਸੁਰੰਗ 'ਚੋਂ ਨਿਕਲ ਜਾਣਗੇ। ਨਹੀਂ ਤਾਂ ਆ ਬੈਠੇ ਆ ਫਸੇ, ਉਹੀ ਚੱਲੀ ਜਾਂਦਾ। ਹੁਣ ਕੱਲਾ ਕਿਸਾਨ ਨਹੀਂ, ਹੁਣ ਵਪਾਰੀਆਂ ਦੀਆਂ ਖੁਦਕੁਸ਼ੀਆਂ ਦੀ ਵੀ ਖਬਰ ਆਉਂਦੀ ਹੈ। ਬਠਿੰਡੇ 'ਚ ਹੋਇਆ, ਪੂਰਾ ਪਰਿਵਾਰ ਹੋਇਆ, ਵਪਾਰੀਆਂ ਦੀਆਂ ਖੁਦਕੁਸ਼ੀਆਂ ਵੀ ਸ਼ੁਰੂ ਹੋ ਗਈਆਂ। ਤੁਹਾਨੂੰ ਚੋਰ ਸਮਝਦੇ ਆ, ਟੈਕਸ ਵੀ ਸਭ ਤੋਂ ਵੱਧ ਦਿੰਦੇ ਹੋ, ਚੋਰ ਵੀ ਕਹਾਉਂਦੇ ਹੋ। ਮੈਂ ਕਹਿੰਦਾ ਸਭ ਤੋਂ ਵੱਡੇ ਦੇਸ਼ ਭਗਤ ਤੁਸੀਂ ਹੋ ਕਿ ਤੁਸੀਂ ਕੰਮ ਵੀ ਦਿੰਦੇ ਹੋ, ਰੋਜ਼ਗਾਰ ਦਿੰਦੇ ਹੋ, ਟੈਕਸ ਦਿੰਦੇ ਹੋ। ਤੁਹਾਡੇ ਤੋਂ ਵੱਡਾ ਦੇਸ਼ ਭਗਤ ਕੌਣ ਹੈ ਯਾਰ? ਸੋ ਹੁਣ ਜਾਂ ਤਾਂ ਫਿਰ ਆਪਾਂ ਇੱਧਰ ਉੱਧਰ ਜਾਂਦੇ ਹਾਂ, ਹਿਮਾਚਲ ਵੱਲ ਨੂੰ ਭੱਜ ਰਹੇ ਹਾਂ ਜਾਂ ਦਿੱਲੀ ਵੱਲ ਨੂੰ ਭੱਜ ਰਹੇ ਹਾਂ ਕਿ ਇੱਥੇ ਕੰਮ ਕਰਨ ਦਾ ਮਾਹੌਲ ਨਹੀਂ ਰਿਹਾ। ਅਸੀਂ ਲੁਧਿਆਣੇ ਦੇ ਵਪਾਰੀਆਂ ਨੂੰ ਮਿਲੇ, ਜਲੰਧਰ ਦੇ ਵਪਾਰੀਆਂ ਨੂੰ ਮਿਲੇ, ਅੰਮ੍ਰਿਤਸਰ ਦੇ ਵਪਾਰੀਆਂ ਨੂੰ ਮਿਲੇ, ਆਹੀ ਰੋਣਾ ਉਹਨਾਂ ਦਾ, ਮਾਰੇ ਗਏ ਜੀ, ਪੱਟੇ ਗਏ ਜੀ, ਸਾਨੂੰ ਤਾਂ ਕੁਛ ਮਿਲਦਾ ਹੀ ਨਹੀਂ ਜੀ, ਸਰਕਾਰਾਂ ਸਾਡੇ ਤੇ ਪਾਬੰਦੀਆਂ ਲਾਉਂਦੀਆਂ ਨੇ ਜੀ, ਸਾਡੇ ਜੇ ਜ਼ਮੀਨ ਲੈ ਲਈ ਜੀ ਸਾਨੂੰ ਉਹਦਾ ਸਰਟੀਫਿਕੇਟ ਨਹੀਂ ਮਿਲਦੇ ਜੀ ਫੈਕਟਰੀ ਲਾਉਣ ਦੇ, ਆਹ ਕਰ ਦੋ, ਉਹ ਕਰ ਦੋ। ਨੋ, ਦੇयर इज नो इंडस्ट्रियल पॉलिसी एट ऑल इन पंजाब, नो एजुकेशन पॉलिसी एट ऑल इन पंजाब, नो एग्रीकल्चर पॉलिसी इन पंजाब। अपना बठिंडा आड़तीए बैठे होणगे, बहुत आड़तियां नूं की कहंदी है बीजेपी गौरमेंट? दलाल, विचोलीए, दलाल विचों खांदे ने। मैं खुद जिमींदारां दा मुंडा, मैं पार्लीमेंट च दस्सिया, मैं कहा की हुंदे ने आड़तीए। आड़तीआ कौन है? आड़ती कोले साडी 6-6 महीनों बाद 2 फसलां जांदियां, पर उहदे विच सानूं जिहड़े पैसे चाहीदे आ, भैन दा विआह आ गया, आड़तीए नूं कहांगे आ जाऊगा पैसा। बापू नूं कोई बीमारी हो गई, रजिंद्रा हस्पताल जाण तो पहलां आड़तीए नूं फोन करदे आ, उहदा मनीम जां उहदा मुंडा गेट ते खड़ा हुंदा पटियाले 2 लाख रुपया लई अद्धी रात नूं ते आड़तीए कोले असीं जाने आपदी फसल लैके, वो फसल लहाउंदा है, उहनूं पक्खा लवाउंदा है, ठीक है, झार लवाउंदा है, उस तो बाद उहनूं बोली लवाउंदा है, तलवाउंदा है, तलवा के बोरियां च भराउंदा है, तो शैलर च पहुंचाउंदा है। ही इज ए सर्विस प्रोवाइडर, 2.5% आपदा उधरों लैंदा, सानूं तां कुछ कहंदा, सर्विस प्रोवाइडर है। ये कहंदे विचोलीए, ते हुण बापू बीमार हो गया, डॉक्टर ने कहता DMC लै जाओ, अंडानिया नूं फोन करोगे भी DMC पैसे पहुँचा दो जी, वो कहेंगे अपना तो एग्रीमेंट ही नहीं होया अजे, तेरी फसल पक लैण दे फिर गल करांगे। होर तां होर साडे तां आड़ती रिश्ते कराउंदे ने, जिहड़ा आड़तीआ रिश्ता कराउंदा ना वो सब तो ज़्यादा चलता है जी, वो सब तो ज़्यादा विश्वास वाला हुंदा है, क्योंकि दोनों परिवारां नूं जाणदा हुंदा है कि इहदे कोले इन्नी जमीन है, इन्नी ठेके ते लैंदा है, इहदे कोले भी इन्नी जमीन है, इन्नी ठेके ते करदा है, मुंडा है इहदे कोले इन्ना करजाई है, इन्ना करजाई है, दोनों का रिश्ता कराउंदा जी। वो रिश्ते सब तो ज़्यादा मजबूत हुंदे ने। इन्हां नूं की पता है? मैं और आड़तीआ जिहड़ा है वो अनडिक्लेयर्ड CA, राघव तू CA ना, जिहड़ा आड़तीआ वो किसानां दा अनडिक्लेयर्ड बिना पैसे तो CA, चार्टर्ड अकाउंटेंट, ਉਹਦੇ ਟੱਬਰ ਦਾ ਹਿਸਾਬ ਰੱਖਦਾ ਹੈ। मैं अपने दादा जी ने चला गया, कस्तूरी लाल साडे आड़तीआ उत्थे सुनाम, पैसे लैण चले गए, दादा जी कहंदे लाला जी रकम चाहिदी है, कहंदे दरबार सिंह किन्नी चाहिदी है? दादा जी कहंदे 40,000 चाहिदा है। 25-30 साल पहले की गल है, मैं छोटा हुंदा सी ते 40,000 दरबार सिंह
की करना है? वो कहते ਉਹ ਗੱਜਣ ਸਿਉਂ ਵਾਲੀ ਜ਼ਮੀਨ ਨਾਲ ਲੱਗਦੀ ਹੈ, ਖੱਤਾ ਜਿਹਾ ਨਾਲ ਹੀ ਲੱਗਦਾ, ਉਹ ਵੀ ਲੈ ਲੈਂਦੇ ਆ, ਫਿਰ ਪੂਰੇ ਬਣ ਜੂ। ਤਾਂ ਆੜਤੀ ਪਤਾ ਕੀ ਕਹਿੰਦਾ? ਕਹਿੰਦਾ ਦਰਬਾਰ ਸਿਆਂ ਆਪਦੀ ਚਾਦਰ ਮੁਤਾਬਕ ਪੈਰ ਪਸਾਰੀ ਦੇ ਹੁੰਦੇ ਨੇ, ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ, ਇਹ ਨਾਲ ਲੱਗਣੋਂ ਨਹੀਂ ਹਟਦੀ। ਨਹੀਂ ਦਿੱਤੇ ਜੀ ਉਹਨੇ, ਨਹੀਂ ਦਿੱਤੇ, ਕਿਉਂਕਿ ਉਹਨੂੰ ਪਤਾ ਸੀ ਤੂੰ 40 ਅੱਜ ਲੈ ਕੇ ਜਾਏਗਾ, ਇਹਦਾ ਵਿਆਜ ਤੈਨੂੰ ਉਹ ਜ਼ਮੀਨ ਦੀ ਪ੍ਰੋਡਕਸ਼ਨ ਨਾਲੋਂ ਜ਼ਿਆਦਾ ਪੈ ਜਾਊਗਾ। ਸੀਏ ਸੀਗਾ ਉਹ ਸਾਡਾ। ਇਹਨਾਂ ਨੇ ਸਾਰੇ ਰਿਸ਼ਤੇ ਸਾਡੇ ਤੋੜ ਕੇ ਰੱਖ ਦੇਣੇ ਨੇ। ਸੋ ਇਹ ਜਿਹੜਾ ਸਪੇਅਰ ਪਾਰਟ ਵਾਲਾ, ਜੇ ਕਿਸਾਨੀ ਬਿੱਲ ਲਾਗੂ ਹੋ ਗਏ, ਸਪੇਅਰ ਪਾਰਟ ਵਾਲਾ ਖਤਮ, ਖੇਤੀ ਨਾਲ ਸਪਰੇਆਂ ਦੀ ਜਿਹੜੀ ਪੈਸਟੀਸਾਈਡ ਦੀਆਂ ਦੁਕਾਨਾਂ ਖਤਮ, ਠੀਕ ਹੈ ਨਾ। ਫਿਰ ਤਾਂ ਵੱਡੇ ਵੱਡੇ ਉਹ ਤਾਂ ਆਪਦੀਆਂ ਲੈ ਕੇ ਆਉਣਗੇ ਜੀ, ਉਹ ਆਪਣੇ ਤੋਂ ਥੋੜ੍ਹੀ ਖਰੀਦਣਗੇ ਮੋਨੋਕ੍ਰੋਟੋਫਾਸ, ਉਹਨਾਂ ਨੇ ਥੋੜ੍ਹੀ ਪ੍ਰਧਾਨ ਆਪਣੇ ਤੋਂ ਲੈਣੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ, ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ, ਇੱਕ ਤਾਂ ਸਰ ਦਿੱਲੀ ਦੀ ਕਨੈਕਟੀਵਿਟੀ ਇੱਥੋਂ ਮਤਲਬ ਬਹੁਤ ਪੂਅਰ ਹੈ। ਈਵਨ ਤੁਸੀਂ ਵੀ ਅੱਜ ਫੰਕਸ਼ਨ ਖਤਮ ਕਰਕੇ ਬੜਾ ਵਧੀਆ ਹੁੰਦਾ ਜੇ ਇੱਥੋਂ ਕੋਈ 5 ਵਜੇ 7 ਵਜੇ ਐਸੀ ਟ੍ਰੇਨ ਜਾਂਦੀ, ਤੁਸੀਂ ਜਾ ਕੇ 8-9 ਵਜੇ ਨੂੰ ਦਿੱਲੀ ਪਹੁੰਚ ਜਾਂਦੇ। ਤੁਹਾਨੂੰ ਅੱਜ ਅੰਮ੍ਰਿਤਸਰ ਤੋਂ ਫਲਾਈਟ ਲੈਣੀ ਪੈ ਰਹੀ ਹੈ, ਬਠਿੰਡੇ ਤੋਂ ਅੰਮ੍ਰਿਤਸਰ ਜਾਓਗੇ, ਉੱਥੋਂ ਫਲਾਈਟ ਲਾਓਗੇ। ਸੋ ਇੱਥੋਂ ਕਨੈਕਟੀਵਿਟੀ ਦਿੱਲੀ ਦੀ, ਕਿਉਂਕਿ ਦਿੱਲੀ ਨਾਲ ਤਾਂ ਬਹੁਤ ਜ਼ਿਆਦਾ ਵਪਾਰ ਦਾ ਸੰਬੰਧ ਹੈ, ਉਹਦੇ ਬਾਰੇ ਵੀ ਸਾਨੂੰ ਕੋਈ ਨਾ ਆਪਾਂ ਨੂੰ ਕਰਨਾ ਪੈਣਾ ਸਰ। ਅਤੇ ਬਾਕੀ ਜੋ ਵੀ ਰੋਡ ਮੈਪ ਤੁਸੀਂ ਦੱਸੋਗੇ, ਅਸੀਂ ਉਹਨੂੰ ਇਹਨਾਂ ਨਾਲ ਹੋਰ ਦੁਬਾਰਾ ਛੋਟੀਆਂ ਨੁੱਕੜ ਮੀਟਿੰਗਾਂ ਕਰਕੇ ਹੋਰ ਵੀ ਜ਼ਿਆਦਾ ਜਿਹੜੇ ਸੁਝਾਅ ਜਿਹੜੇ ਲੈਂਦੇ ਰਹਾਂਗੇ। ਅਤੇ ਮੈਂ ਇਹੀ ਚਾਹੁੰਦਾ ਕਿ ਵਪਾਰ ਵਧੂਗਾ ਤਾਂ ਰੋਜ਼ਗਾਰ ਆਊਗਾ, ਰੋਜ਼ਗਾਰ ਆਊਗਾ ਤਾਂ ਸਾਡੇ ਧੀਆਂ ਪੁੱਤ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਵੱਲ ਦੇਖਣੋਂ ਹਟਣਗੇ। ਨਹੀਂ ਤਾਂ 15-20 ਲੱਖ ਰੁਪਈਆ ਲਾ ਕੇ ਆਈਲੈਟਸ ਕਰਕੇ ਭੱਜ ਰਹੇ ਹਾਂ। ਇਸ ਮੁਲਕ ਨੂੰ ਛੱਡਣਾ ਨਹੀਂ, ਇਹ ਆਪਣਾ ਹੀ ਮੁਲਕ ਹੈ। ਆਪਾਂ ਇਹ ਨਾ ਕਿਹਾ ਕਰੀਏ ਚਲ ਆਪਾਂ ਕੀ ਲੈਣਾ, ਜੇ ਭਗਤ ਸਿੰਘ ਹੋਰੀ ਇਹ ਕਹਿ ਦਿੰਦੇ ਆਪਾਂ ਕੀ ਲੈਣਾ, ਫਿਰ ਹੁਣ ਨੂੰ ਅੰਗਰੇਜ਼ ਹੁੰਦੇ। ਆਪਾਂ ਕਿਉਂ ਨਹੀਂ ਲੈਣਾ ਯਾਰ, ਆਪਾਂ ਹੀ ਲੈਣਾ, ਆਪਾਂ ਹਿਸਾਬ ਲੈਣਾ। ਮੁਲਕ ਆਪਣਾ, ਜਿਨ੍ਹਾਂ ਨੂੰ ਆਪਾਂ ਮੁਲਕ ਦਿੰਦੇ ਹਾਂ, ਜਿਨ੍ਹਾਂ ਨੂੰ ਆਪਾਂ ਸਰਕਾਰਾਂ ਬਣਾ ਕੇ ਦਿੰਦੇ ਹਾਂ, ਉਹਨਾਂ ਤੋਂ ਆਪਾਂ ਹਿਸਾਬ ਲੈਣਾ। ਇਹ ਨਾ ਕਿਹਾ ਕਰੋ ਆਪਾਂ ਕੀ ਲੈਣਾ, ਉਹਨੂੰ ਕਹੋ ਵੀ ਇੱਧਰ ਆਓ ਅਸੀਂ ਤੁਹਾਡੇ ਤੋਂ ਹਿਸਾਬ ਲੈਣਾ। ਸਾਡੇ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਦੇ ਉਹ ਜ਼ਿੰਮੇਵਾਰ ਨੇ। ਜਦੋਂ ਜਿਹੜੇ ਵੀ ਸੂਬੇ 'ਚ, ਜਿਹੜੇ ਵੀ ਮੁਲਕ ਦੇ ਵਿੱਚ ਚੁੱਲ੍ਹਿਆਂ ਦੀ ਅੱਗ ਠੰਡੀ ਪੈ ਜੇ ਤੇ ਸਿਵਿਆਂ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਜਾਣ, ਇਹ ਨਿਕੰਮੇ ਹਾਕਮਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਸੋ ਇਹ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਆਪਾਂ ਕੀ ਕਰਨਾ ਹੈ? ਸਿਵਿਆਂ ਦੀ ਅੱਗ ਠੰਡੀ ਪਾਉਣੀ ਹੈ, ਭਾਵੇਂ ਉਹ ਨਸ਼ਿਆਂ ਨਾਲ ਮਰੀ ਜਾਂਦੇ ਨੇ, ਭਾਵੇਂ ਖੁਦਕੁਸ਼ੀਆਂ ਕਰੀ ਜਾਂਦੇ ਨੇ, ਤੇ ਆਪਾਂ ਚੁੱਲ੍ਹਿਆਂ ਦੀ ਅੱਗ ਬਚਾਉਣੀ ਹੈ ਤਾਂ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ। ਨਾ ਬਠਿੰਡੇ ਨੂੰ ਪੈਰਿਸ ਬਣਾਉਣਾ ਹੈ, ਨਾ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਲੋੜ ਹੈ। ਸਾਨੂੰ ਸਾਡਾ ਪੰਜਾਬ ਮੋੜ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।